ਪਹਿਲਾ ਦੱਖਣੀ। सच सरंदा सच्चा जानिए सच्चा परवदिगारो। जिन आपी ने आप साजिया सचड़ा अलख अपारो। दोए पुड़ जोड़ विछोड़ियन गुर बिन घोर अंधारो। सूरज चंद सिरजियन अहनस चलत विचारो। वाहिगुरु वाहिगुरु। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਆ, ਇਸ ਅਸਲੀਅਤ ਨੂੰ ਸਮਝ ਲਓ। ਗੁਰੂ ਸਾਹਿਬ ਕਹਿੰਦੇ ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਸੱਚ ਸਰਿੰਦਾ ਸੱਚਾ ਜਾਣੀਏ ਸੱਚਾ ਪਰਵਦਗਾਰੋ। ਇਸ ਗੱਲ ਨੂੰ ਸਮਝ ਲਵੋ। ਗੁਰੂ ਸਾਹਿਬ ਕਹਿੰਦੇ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ ਸਥਿਰ ਰਹਿਣ ਵਾਲਾ ਹੈ ਅਤੇ ਉਹ ਆਪ ਹੀ ਪਾਲਣਾ ਕਰਨ ਵਾਲਾ ਹੈ। ਜਿਨ ਆਪੀ ਨੇ ਆਪ ਸਾਜਿਆ ਸੱਚੜਾ ਅਲਖ ਅਪਾਰੋ। ਸਦਾ ਥਿਰ, ਜਿਸ ਸਦਾ ਥਿਰ ਨੇ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪ੍ਰਗਟ ਕੀਤਾ ਹੋਇਆ ਹੈ, ਉਹ ਆਪ ਅਦ੍ਰਿਸ਼ਟ ਹੈ ਅਤੇ ਬੇਅੰਤ ਹੈ। ਗੁਰੂ ਸਾਹਿਬ ਕਹਿੰਦੇ ਉਹ ਆਪ ਹੀ ਆਪਣੇ ਤੋਂ ਪੈਦਾ ਹੋਇਆ ਹੈ। ਸਾਰੇ ਵੇਖੋ ਦਿਸ ਵੀ ਰਿਹਾ ਹੈ, ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਹੈ ਅਤੇ ਅਦ੍ਰਿਸ਼ਟ ਵੀ ਹੈ, ਦਿਸਦਾ ਵੀ ਨਹੀਂ, ਬੇਅੰਤ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਦੋਏ ਪੁੜ ਜੋੜ ਵਿਛੋੜੀਆਂ ਗੁਰ ਬਿਨ ਘੋਰ ਅੰਧਾਰੋ। ਗੁਰੂ ਸਾਹਿਬ ਫਰਮਾਉਂਦੇ ਆ, ਦੋਵੇਂ ਪੁੜ ਧਰਤੀ ਅਤੇ ਆਕਾਸ਼ ਜੋੜ ਕੇ ਜਗਤ ਰਚ ਕੇ ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ। ਵਾਹਿਗੁਰੂ। ਗੁਰੂ ਤੋਂ ਬਿਨਾਂ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਡੁੱਬਿਆ ਪਿਆ ਹੈ। ਮਾਇਆ ਦੇ ਮੋਹ ਦਾ ਘੁੱਪ ਹਨੇਰਾ ਹੈ ਗੁਰੂ ਤੋਂ ਬਿਨਾਂ। ਵਾਹਿਗੁਰੂ ਆਪ ਹੀ ਗੁਰੂ ਸਾਹਿਬ ਨੇ ਸਾਰਾ ਜਗਤ ਰਚ ਕੇ ਅਤੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਦਿੱਤਾ ਅਤੇ ਆਪਣੇ ਆਪ ਨਾਲੋਂ ਵਿਛੋੜ ਦਿੱਤਾ। ਅਤੇ ਗੁਰੂ ਤੋਂ ਬਿਨਾਂ ਸਾਰੇ ਜਗਤ ਵਿੱਚ ਮਾਇਆ ਦੇ ਮੋਹ ਦਾ ਹਨੇਰਾ ਹੀ ਹੈ। ਸੂਰਜ ਚੰਦ ਸਿਰਜੀਨ ਐਨਸ ਚਲਤ ਵਿਚਾਰੋ। ਗੁਰੂ ਸਾਹਿਬ ਫਰਮਾਉਂਦੇ ਆ, ਉਸ ਪਰਮਾਤਮਾ ਨੇ ਹੀ ਸੂਰਜ ਅਤੇ ਚੰਦਰਮਾ ਬਣਾ ਕੇ ਇਹ ਦਿਨ ਅਤੇ ਰਾਤ ਦਾ ਜਗਤ ਤਮਾਸ਼ਾ ਬਣਾਇਆ ਹੈ। ਵਾਹਿਗੁਰੂ। ਸੂਰਜ ਅਤੇ ਚੰਦਰਮਾ ਬਣਾ ਕੇ ਦਿਨ ਅਤੇ ਰਾਤ ਬਣਾਤੀ। ਦਿਨੇ ਸੂਰਜ ਦਾ ਚਾਨਣ ਹੋ ਜਾਂਦਾ ਅਤੇ ਰਾਤ ਨੂੰ ਚੰਦਰਮਾ ਬਣਾਤਾ। ਇਸ ਤਰ੍ਹਾਂ ਰਾਤ ਅਤੇ ਦਿਨ ਬਣਾ ਦਿੱਤੇ ਅਤੇ ਇਹ ਸਾਰਾ ਖੇਡ ਤਮਾਸ਼ਾ ਚੱਲ ਰਿਹਾ ਹੈ। ਵਾਹਿਗੁਰੂ। ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਓ। ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ। ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆਂ ਦੈ ਦਿਸ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ ਸੱਚ ਨਬੇੜਨ ਹਾਰੋ। ਵਾਹਿਗੁਰੂ। ਗੁਰੂ ਸਾਹਿਬ ਫਰਮਾਉਂਦੇ ਆ, ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ। ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਹੀ ਸਾਰਿਆਂ ਨੂੰ ਪਿਆਰ ਦੀ ਦਾਤ ਦਿੰਦਾ ਹੈ ਅਤੇ ਤੂੰ ਆਪ ਹੀ ਸੰਸਾਰ ਦੀ ਰਚਨਾ ਕੀਤੀ ਹੈ। ਆਪ ਸਦਾ ਸਥਿਰ ਰਹਿਣ ਵਾਲਾ ਮਾਲਕ ਹੈ। ਆਪ ਹੀ ਸਭ ਨੂੰ ਪਿਆਰ ਦੀ ਦਾਤ ਦਿੰਦਾ ਹੈ। ਤੁਧ ਸਿਰ ਜੀ ਮੇਦਨੀ ਦੁੱਖ ਸੁੱਖ ਦੇਵਨ ਹਾਰੋ। ਤੂੰ ਹੀ ਸਾਰਿਆਂ ਨੂੰ ਦੁੱਖ ਸੁੱਖ ਦੇਣ ਵਾਲਾ ਹੈ। ਸਾਰੀ ਸ੍ਰਿਸ਼ਟੀ ਪੈਦਾ ਕਰਕੇ ਸਾਰਿਆਂ ਨੂੰ ਦੁੱਖ ਅਤੇ ਸੁੱਖ ਦੇਣ ਵਾਲਾ ਵੀ ਤੂੰ ਹੀ ਹੈ। ਮੇਦਨੀ ਧਰਤੀ, ਸਾਰੀ ਧਰਤੀ ਨੂੰ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ। ਇਸਤਰੀ ਅਤੇ ਮਰਦ ਵੀ ਤੂੰ ਹੀ ਪੈਦਾ ਕੀਤੇ ਹਨ।
ਤੇ ਮਾਇਆ ਮੋਹ ਦਾ ਪਿਆਰ ਲਾ ਦਿੱਤਾ ਹੈ। ਵਾਹਿਗੁਰੂ। ਆਪ ਹੀ ਪੈਦਾ ਕਰਕੇ ਤੇ ਆਪ ਹੀ ਮਾਇਆ ਦਾ ਮੋਹ ਲਾ ਦਿੱਤਾ ਹੈ। ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ। ਜੀਵਾਂ ਦੀ ਉਤਪਤੀ ਦੀਆਂ 4 ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਵੀ ਤੇਰੀਆਂ ਹੀ ਰਚੀਆਂ ਹੋਈਆਂ ਹਨ। ਵਾਹਿਗੁਰੂ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਹੀ 4 ਖਾਣੀਆਂ, 4 ਤਰ੍ਹਾਂ ਨਾਲ ਉਤਪਤੀ ਹੁੰਦੀ ਹੈ ਜੀਵਾਂ ਦੀ। ਅੰਡਜ, ਜੇਰਜ, ਸੇਤਜ, ਉਤਪਜ ਤੇ 4 ਹੀ ਅਕਾਲ ਪੁਰਖ ਵਾਹਿਗੁਰੂ ਦੀਆਂ ਰਚੀਆਂ ਹੋਈਆਂ। ਤੇ ਬੋਲੀਆਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਹੀ ਰਚੀਆਂ ਹੋਈਆਂ ਹਨ। ਕੁਦਰਤ ਤਖਤ ਰਚਾਇਆ ਸੱਚ ਨਿਬੇਰਨਹਾਰੋ। ਹੇ ਅਕਾਲ ਪੁਰਖ ਵਾਹਿਗੁਰੂ, ਸਭ ਜੀਵਾਂ ਨੂੰ ਤੂੰ ਹੀ ਆਸਰਾ ਦਿੰਦਾ ਹੈ। ਇਹ ਸਾਰੀ ਰਚਨਾ ਜੋ ਕੁਦਰਤ ਨੂੰ ਤੂੰ ਆਪਣਾ ਤਖਤ ਬਣਾਇਆ ਹੋਇਆ ਹੈ ਤੇ ਤੂੰ ਆਪ ਹੀ ਸਾਰਿਆਂ ਦੇ ਕਰਮਾਂ ਅਨੁਸਾਰ ਫੈਸਲਾ ਕਰ ਰਿਹਾ ਹੈ। ਆਪ ਹੀ ਕਰਮਾਂ ਦੇ ਲੇਖਾਂ ਦੇ ਮੁਕਾਨ ਕਰਨ ਵਾਲਾ ਹੈ। ਵਾਹਿਗੁਰੂ ਵਾਹਿਗੁਰੂ। ਆਪ ਹੀ ਲੇਖ ਨਿਬੇੜਨ ਵਾਲਾ ਹੈ। ਆਵਾਗਮਨ ਸਿਰਜਿਆ ਤੂੰ ਥਿਰ ਕਰਨੇ ਹਾਰੋ। ਜਮਨਾ ਮਰਨਾ ਆਇਆ ਬਿਦਕ ਜਿਉ ਬੇਕਾਰੋ। ਬੂਢੜੇ ਨਾਮ ਵਸਾਰਿਆ ਬੂਢੜੇ ਕਿਆ ਤਿਸ ਚਾਰੋ। ਗੁਣ ਛੋੜ ਬਿਖ ਲੱਦਿਆ ਅਵਗਣ ਕਾਵਣ ਜਾਰੋ। ਵਾਹਿਗੁਰੂ। ਗੁਰੂ ਸਾਹਿਬ ਫਰਮਾਉਂਦੇ ਆ, ਹੇ ਕਰਨਹਾਰ ਕਰਤਾਰ, ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਤੂੰ ਹੀ ਪਾਇਆ ਹੋਇਆ ਹੈ। ਇਹ ਆਉਣ ਜਾਣ ਦੀ ਜਿਹੜੀ ਕਿਰਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਈ ਹੈ, ਪਰ ਤੂੰ ਹਮੇਸ਼ਾ ਰਹਿਣ ਵਾਲਾ ਹੈ, ਸਦਾ ਥਿਰ ਰਹਿਣ ਵਾਲਾ ਹੈ। ਵਾਹਿਗੁਰੂ। ਜਨਮ ਮਰਨ ਦਾ ਗੇੜ ਜੀਵਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਇਆ, ਪਰ ਆਪ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ। ਜੰਮਣਾ ਮਰਨਾ ਆਏ ਗਿਆ ਬਿਦਕ ਜਿਉ ਬੇਕਾਰੋ। ਮਾਇਆ ਦੇ ਮੋਹ ਕਾਰਨ ਜੀਵ ਹੈ ਜੋ ਵਿਕਾਰਾਂ ਦੇ ਵਿੱਚ ਬੱਝਿਆ ਹੋਇਆ ਨਿਤ ਜੰਮਦਾ ਤੇ ਨਿਤ ਮਰਦਾ ਹੈ। ਉਸ ਨੂੰ ਇਹ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ ਹੈ। ਬੂਢੜੇ ਨਾਮ ਵਸਾਰਿਆ ਬੂਢੜੇ ਕਿਆ ਤਿਸ ਚਾਰੋ। ਗੁਰੂ ਸਾਹਿਬ ਫਰਮਾਉਂਦੇ ਆ, ਭੈੜੇ ਜੀਵ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਮੋਹ ਵਿੱਚ ਡੁੱਬੇ ਹੋਏ ਦੀ ਉਹਦੀ ਪੇਸ਼ ਨਹੀਂ ਜਾਂਦੀ। ਵਾਹਿਗੁਰੂ। ਉਹ ਮੋਹ ਵਿੱਚ ਡੁੱਬਿਆ ਹੋਇਆ ਹੈ, ਮਾਇਆ ਦੇ ਮੋਹ ਵਿੱਚ ਡੁੱਬਿਆ ਹੋਇਆ ਹੈ। ਉਸਨੇ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਵਾਹਿਗੁਰੂ। ਗੁਣ ਛੋੜ ਬਿਖ ਲੱਦਿਆ ਅਵਗਣ ਕਾਵਣ ਜਾਰੋ। ਗੁਣਾਂ ਨੂੰ ਛੱਡ ਕੇ ਵਿਕਾਰਾਂ ਦਾ ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ। ਜਗਤ ਵਿੱਚ ਆ ਕੇ ਸਾਰੀ ਉਮਰ ਔਗਣਾਂ ਦਾ ਵਣ ਜੀ ਕਰਦਾ ਰਿਹਾ ਹੈ। ਵਾਹਿਗੁਰੂ ਵਾਹਿਗੁਰੂ। ਨੇਕੀਆਂ ਨੂੰ ਛੱਡ ਕੇ ਜੀਵ ਬੁਰਾਈਆਂ ਹੀ ਕਰੀ ਜਾਂਦਾ ਹੈ, ਬੁਰਾਈਆਂ ਨੂੰ ਇਕੱਠਾ ਕਰੀ ਜਾਂਦਾ ਹੈ। ਸਾਰੀ ਉਮਰ ਮਾੜੇ ਕੰਮਾਂ ਵਿੱਚ ਪਿਆ ਰਹਿੰਦਾ ਹੈ, ਮਾੜੇ ਕਰਮ ਕਰਦਾ ਹੈ ਤੇ ਲੇਖ ਵੀ ਉਸੇ ਤਰ੍ਹਾਂ ਦੇ ਮਾੜੇ ਹੀ ਬਣ ਜਾਂਦੇ ਆ। ਵਾਹਿਗੁਰੂ ਵਾਹਿਗੁਰੂ। ਇਹੀ ਹਾਲ ਹੈ ਸਾਰੇ ਜੀਵਾਂ ਦਾ। ਵਾਹਿਗੁਰੂ। ਹਮ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛੱਡ ਬਿਖੇ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸੋ ਪ੍ਰੀਤ ਲਗਾਈ। ਵਾਹਿਗੁਰੂ। ਅਸੀਂ ਵੀ ਗੁਣਾਂ ਨੂੰ ਛੱਡ ਕੇ ਵਿਕਾਰਾਂ ਦੀ ਜ਼ਹਿਰ ਹੀ ਖਾਈ ਜਾਂਦੇ ਹਾਂ। ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ। ਤੇਰਾ ਨਾਮ ਛੱਡ ਕੇ ਵਾਹਿਗੁਰੂ ਪੁੱਤੀਆਂ ਪੁੱਤਰਾਂ ਨਾਲ ਮੋਹ ਪਾਇਆ ਹੋਇਆ। ਵਾਹਿਗੁਰੂ। ਸੁਰਤ ਉਹਨਾਂ ਨਾਲ ਲਾਈ ਹੋਈ ਹੈ ਵਾਹਿਗੁਰੂ, ਜਦੋਂ ਕਿ ਸੁਰਤ ਅਕਾਲ ਪੁਰਖ ਵਾਹਿਗੁਰੂ ਨਾਲ ਲਾਉਣੀ ਸੀ।
ਮਾਇਆ ਦੇ ਮੋਹ ਵਿੱਚ ਭੁੱਲੇ ਪਏ ਆ ਸਾਰੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ। ਵਾਹਿਗੁਰੂ ਸੱਦੜੇ ਆਏ ਤਿੰਨਾ ਜਾਣੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਸ਼ੁੰਨਿਆ, ਵਿਛੜਿਆ ਮੇਲਣ ਹਾਰੋ। ਰੂਪ ਨ ਜਾਣੇ ਸੋਹਣੀਆਂ, ਹੁਕਮ ਬੱਧੀ ਸਿਰਕਾਰੋ। ਬਾਲਕ ਬਿਰਧ ਨ ਜਾਣਨੀ, ਤੋੜਨ ਹੇਤ ਪਿਆਰੋ। ਵਾਹਿਗੁਰੂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਰੂਹ ਨੂੰ ਇੱਥੋਂ ਜਾਣ ਦੇ ਸੱਦੇ ਆਉਂਦੇ ਹੈ। ਵਾਹਿਗੁਰੂ ਵਾਹਿਗੁਰੂ। ਨਾਰੀ ਪੁਰਖ ਵਿਸ਼ੁੰਨਿਆ, ਵਾਹਿਗੁਰੂ ਵਿਛੜਿਆ ਮੇਲਣ ਹਾਰੋ। ਤਾਂ ਮਰਨ ਵੇਲੇ ਇਸਤਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਿਛੋੜਨ ਵਾਲਾ ਹੈ ਤੇ ਆਪ ਹੀ ਮੇਲਣਹਾਰ ਹੈ, ਆਪ ਹੀ ਮਿਲਾਉਣ ਵਾਲਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਚਾਹੇ ਤਾਂ ਵਿਛੋੜ ਵੀ ਸਕਦਾ ਹੈ ਤੇ ਮਿਲਾ ਵੀ ਸਕਦਾ ਹੈ। ਵਾਹਿਗੁਰੂ ਵਾਹਿਗੁਰੂ। ਰੂਪ ਨ ਜਾਣੇ ਸੋਹਣੀਆਂ, ਹੁਕਮ ਬੱਧੀ ਸਰਕਾਰੋ। ਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰਦਾ, ਉਹ ਕਰ ਹੀ ਨਹੀਂ ਸਕਦਾ। ਵਾਹਿਗੁਰੂ ਮੌਤ ਤੋਂ ਖਿਮਾ ਨਹੀਂ ਦਿੰਦਾ, ਕਿਉਂਕਿ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਬੱਧਾ ਹੋਇਆ ਹੈ। ਯਮਰਾਜ ਦੇ ਸਿਰ ਤੇ ਨਿਰੰਕਾਰ ਨੇ ਮੌਤ ਦੀ ਜ਼ਿੰਮੇਵਾਰੀ ਲਾਈ ਹੋਈ ਹੈ। ਉਹਨੂੰ ਕਿਸੇ ਸੁੰਦਰ ਰੂਪ ਦੀ ਪਰਵਾਹ ਨਹੀਂ। ਬਾਲਕ ਬਿਰਧ ਨ ਜਾਣਨੀ, ਤੋੜਨ ਹੇਤ ਪਿਆਰੋ। ਵਾਹਿਗੁਰੂ ਤੇ ਨਾ ਹੀ ਉਹਨੂੰ ਕੋਈ ਉਮਰ ਦੀ ਪਰਵਾਹ ਹੈ। ਵਾਹਿਗੁਰੂ। ਮੌਤ ਬੱਚਿਆਂ ਤੇ ਬੁੱਢਿਆਂ ਦੀ ਪਰਵਾਹ ਨਹੀਂ ਕਰਦੀ। ਜਦੋਂ ਮੌਤ ਆ ਜਾਂਦੀ ਹੈ ਤਾਂ ਫਿਰ ਉਹ ਸਾਰੇ ਮੋਹ ਪਿਆਰ ਵੀ ਤੋੜ ਦਿੰਦੀ ਹੈ। ਨੌ ਦਰ ਠਾਕੇ, ਹੁਕਮ ਸੱਚੇ ਹੰਸ ਗਿਆ ਨਾਰੇ। ਸਾਤਨ ਛੁੱਟੀ ਮੁੱਠੀ ਝੂਠ ਵਧਾਣੀਆਂ, ਹਾਂ ਮਿਰਤਕੜਾ ਅੰਗਨੜੇ ਬਾਰੇ। ਸੁਰਤ ਪਈ ਮੋਈ ਮਰ ਮਾਈਏ, ਮਹਿਲ ਰੁੰਨੀ ਦਰਬਾਰੇ। ਰੋਵੇ ਕੰਤ ਮਹੇਲਿਓ, ਸੱਚੇ ਕੇ ਗੁਣ ਸਾਰੇ। ਵਾਹਿਗੁਰੂ ਵਾਹਿਗੁਰੂ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ 9 ਦਰਵਾਜ਼ੇ ਜਾਣੀ ਕੰਨ, ਨੱਕ, ਅੱਖਾਂ ਆਦਿ ਬੰਦ ਹੋ ਜਾਂਦੇ ਹੈ। ਸਰੀਰ ਐ ਸ਼ਾਂਤ ਹੋ ਕੇ ਪੈ ਜਾਂਦਾ, ਕੁਛ ਵੀ ਹਿਲਦਾ ਜੁਲਦਾ ਨਹੀਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਂਦਾ ਹੈ ਤੇ ਵਿੱਚੋਂ ਜੀਵ ਆਤਮਾ ਨਿਕਲ ਕੇ ਕਿਤੇ ਚਲੀ ਜਾਂਦੀ ਹੈ। ਵਾਹਿਗੁਰੂ। ਸਾਤਨ ਛੁੱਟੀ ਮੁੱਠੀ ਝੂਠ ਵਧਾਣੀਆਂ, ਮਿਰਤਕੜਾ ਅੰਗਨੜੇ ਬਾਰੇ। ਗੁਰੂ ਸਾਹਿਬ ਫਰਮਾਉਂਦੇ ਜਦੋਂ ਪਤੀ ਦੀ ਜੀਵ ਆਤਮਾ ਚਲੀ ਜਾਂਦੀ ਹੈ ਤਾਂ ਇਸਤਰੀ ਇਕੱਲੀ ਰਹਿ ਜਾਂਦੀ ਹੈ। ਜਦੋਂ ਕਿਸੇ ਇਸਤਰੀ ਦੇ ਪਤੀ ਦੀ ਡੈਥ ਹੋ ਜਾਂਦੀ ਹੈ, ਮਰ ਜਾਂਦਾ ਹੈ ਉਸਦਾ ਪਤੀ, ਤਾਂ ਉਸਦੀ ਇਸਤਰੀ ਇਕੱਲੀ ਰਹਿ ਜਾਂਦੀ ਹੈ ਤੇ ਉਹ ਮੋਹ ਵਿੱਚ ਲੁੱਟੀ ਜਾਂਦੀ ਹੈ, ਉਹ ਵਿਧਵਾ ਹੋ ਜਾਂਦੀ ਹੈ। ਉਸ ਦੇ ਪਤੀ ਦਾ ਸਰੀਰ ਜੋ ਮ੍ਰਿਤਕ ਹੁੰਦਾ ਹੈ ਉਹ ਘਰ ਦੇ ਵਿਹੜੇ ਵਿੱਚ ਪਿਆ ਹੁੰਦਾ ਹੈ। ਵਾਹਿਗੁਰੂ। ਸੁਰਤ ਮੋਈ ਮਰ ਮਾਈਏ, ਮਹਿਲ ਰੁੰਨੀ ਦਰਬਾਰੇ। ਉਸ ਸਰੀਰ ਨੂੰ ਵੇਖ ਵੇਖ ਕੇ ਉਹ ਦਹਲੀਜ਼ ਵਿੱਚ ਬੈਠੀ ਰੋਂਦੀ ਹੈ ਤੇ ਆਖਦੀ ਹੈ, ਹੇ ਮਾਏ, ਇਸ ਮੌਤ ਨੂੰ ਵੇਖ ਕੇ ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ। ਵਾਹਿਗੁਰੂ। ਰੋ ਕੰਤ ਮਹੇਲਿਓ, ਸੱਚੇ ਕੇ ਗੁਣ ਸਾਰੇ। ਹੇ ਅਕਾਲ ਪੁਰਖ ਵਾਹਿਗੁਰੂ ਦੀ ਇਸਤਰੀਓ, ਜੇ ਰੋਣਾ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਛੋੜੇ ਵਿੱਚ ਰੋਵੋ, ਜੀਵ ਦੇ ਜਾਣ ਦੇ ਵਿਛੋੜੇ ਵਿੱਚ ਨਾ ਰੋਵੋ।
ਵਾਹਿਗੁਰੂ ਵਾਹਿਗੁਰੂ। ਜੇ ਰੋਣਾ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਛੋੜੇ ਵਿੱਚ ਰੋਵੋ, ਗੁਰੂ ਸਾਹਿਬ ਕਹਿੰਦੇ। ਤੇ ਇਸ ਤਰ੍ਹਾਂ ਆਪਣਾ ਜੀਵਨ ਸਫਲ ਕਰੋ। ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰੋ। ਵਾਹਿਗੁਰੂ ਵਾਹਿਗੁਰੂ। ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੋਏ ਮਨ ਮਾਰੇ, ਜਾਨੀ ਵਿਛੁੰਨੜੇ ਮੇਰੇ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੇ ਸੋ ਜਾਣੀਐ, ਪੀਰ ਸੱਚੜੇ ਹੇਤ ਪਿਆਰੇ। ਗੁਰੂ ਸਾਹਿਬ ਇਸ ਸ਼ਬਦ ਵਿੱਚ ਸਮਝਾਉਂਦੇ ਆ, ਕਹਿੰਦੇ ਸਾਕ ਸੰਬੰਧੀ ਉਸ ਮਰੇ ਹੋਏ ਪ੍ਰਾਣੀ ਦੇ ਸਰੀਰ ਨੂੰ ਪਾਣੀ ਨਾਲ ਮਲ ਕੇ ਇਸ਼ਨਾਨ ਕਰਾਉਂਦੇ ਆ ਤੇ ਰੇਸ਼ਮ ਦੇ ਕੱਪੜੇ ਦੇ ਵਿੱਚ ਲਪੇਟਦੇ ਆ। ਫਿਰ ਉਸ ਨੂੰ ਚੱਕ ਕੇ ਮਸਾਣਾ ਵਿੱਚ ਲੈ ਕੇ ਜਾਂਦੇ ਹੈ। ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੋਏ ਮਨ ਮਾਰੇ। ਉਸ ਨੂੰ ਮਸਾਣਾ ਵਿੱਚ ਲਿਜਾਣ ਵਾਸਤੇ ਚੱਕਦੇ ਹੈ ਤੇ ਰਾਮ ਨਾਮ ਸਤ ਹੈ ਦੇ ਬੋਲ ਸ਼ੁਰੂ ਹੋ ਜਾਂਦੇ ਆ। ਤੇ ਜੋ ਸਾਰੇ ਉਸਦੇ ਨੇੜੇ ਦੇ ਸਾਕ ਸੰਬੰਧੀ ਹੁੰਦੇ ਆ, ਮਾਂ ਪਿਓ ਭਰਾ ਇਸਤਰੀ ਪੁੱਤਰ ਧੀ, ਸਭ ਗਮ ਨਾਲ ਮੋਇਆਂ ਵਰਗੇ ਹੋ ਜਾਂਦੇ ਆ। ਉਹ ਵੀ ਉਸਦੇ ਨਾਲ ਮਰਿਆਂ ਵਰਗੇ ਹੀ ਹੋ ਜਾਂਦੇ ਆ ਵਿਛੋੜੇ ਵਿੱਚ। ਜਾਨੀ ਵਿਛੁੰਨੜੇ ਮੇਰਾ ਮਰਨ ਪਿਆ, ਤ੍ਰਿਗ ਜੀਵਨ ਸੰਸਾਰੇ। ਜੋ ਜੀਵ ਇੱਥੋਂ ਚਲਾ ਜਾਂਦਾ ਹੈ, ਉਸਦੀ ਇਸਤਰੀ ਮਗਰੋਂ ਰੋਂਦੀ ਹੈ ਤੇ ਆਖਦੀ ਹੈ ਵੀ ਸਾਥੀ ਦੇ ਮਰਨ ਨਾਲ ਮੈਂ ਵੀ ਮਰਿਆਂ ਵਰਗੀ ਹੋ ਗਈ ਹਾਂ। ਹੁਣ ਸੰਸਾਰ ਦੇ ਵਿੱਚ ਮੇਰਾ ਜਿਉਣਾ ਲਾਹਨਤ ਹੈ, ਮੇਰੇ ਜਿਉਣ ਨੂੰ ਫਟਕਾਰ ਹੈ, ਮੈਂ ਵੀ ਮਰਿਆਂ ਵਰਗੀ ਹੋ ਗਈ ਹਾਂ। ਵਾਹਿਗੁਰੂ। ਜੀਵਤ ਮਰੇ ਸੋ ਜਾਣੀਐ, ਫਿਰ ਸੱਚੜੇ ਹੇਤ ਪਿਆਰੋ। ਪਰ ਫਿਰ ਗੁਰੂ ਸਾਹਿਬ ਫਰਮਾਉਂਦੇ ਆ, ਕਹਿੰਦੇ ਜਿਹੜਾ ਜੀਵ ਪ੍ਰਭੂ ਦੇ ਪਿਆਰ ਵਿੱਚ ਟਿਕ ਕੇ ਸੰਸਾਰ ਦੀ ਕਾਰ ਕਰਦਾ, ਉਹ ਆਦਰ ਪਾਉਂਦਾ ਹੈ। ਗੁਰੂ ਸਾਹਿਬ ਇੱਥੇ ਇਹ ਸਮਝਾਉਂਦੇ ਆ ਵੀ ਜੋ ਜੀਵ ਦੇ ਜਾਣ ਤੋਂ ਮਗਰੋਂ ਰੋਣਾ ਉਹ ਵਿਅਰਥ ਹੈ। ਜਿਹੜਾ ਜੀਵ ਜਿਉਂਦਿਆਂ ਹੋਇਆਂ ਆਪਾ ਭਾਵ ਮਾਰ ਲੈਂਦਾ, ਵਕਾਰਾਂ ਵੱਲੋਂ ਮਰ ਜਾਂਦਾ ਹੈ, ਜਿਹੜਾ ਵਕਾਰਾਂ ਨੂੰ ਛੱਡ ਦਿੰਦਾ ਹੈ, ਮੋਹ ਨੂੰ ਛੱਡ ਦਿੰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ। ਰਹਿਣਾ ਵੀ ਸੰਸਾਰ ਦੇ ਵਿੱਚ ਹੈ, ਸੰਸਾਰ ਦੀ ਕਾਰ ਵੀ ਕਰਨੀ ਹੈ, ਪਰ ਇਹਨਾਂ ਤੋਂ ਨਿਰਲੇਪ ਰਹਿਣਾ ਹੈ। ਵਾਹਿਗੁਰੂ। ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦੇ ਤਾਵਣੀਆਂ, ਪਿਰ ਛੋਇੜੀ ਵਿਦਣ ਕਾਰੇ। ਘਰ ਘਰ ਕੰਤ ਮਹੇਲੀਆ, ਰੂੜੇ ਹੇਤ ਪਿਆਰੇ, ਮੈਂ ਪਿਰ ਸੱਚ ਸਲਾਹਣਾ, ਹੌਰ ਅਸੜੀ ਨਾਮ ਪਤਾਰੇ। ਵਾਹਿਗੁਰੂ। ਗੁਰੂ ਸਾਹਿਬ ਫਰਮਾਉਂਦੇ ਆ, ਇਹ ਰੋਣ ਵਾਸਤੇ ਆਏ ਹੋਏ ਲੋਕੋ, ਤੁਸੀਂ ਇਸ ਸੰਸਾਰ ਵਿੱਚ ਝੂਠੇ ਹੀ ਠੱਗੇ ਜਾ ਰਹੇ ਹੋ। ਕਹਿੰਦੇ ਤੁਸੀਂ ਦੁਖੀ ਹੋਣ ਵਾਸਤੇ ਹੀ ਇਸ ਜਗਤ ਵਿੱਚ ਆਏ ਹੋ, ਕਿਉਂਕਿ ਸੰਸਾਰ ਵਿੱਚ ਇਸ ਮਾਇਆ ਦੇ ਮੋਹ ਨੇ ਤੁਹਾਨੂੰ ਠੱਗ ਲਿਆ ਹੈ। ਵਾਹਿਗੁਰੂ ਵਾਹਿਗੁਰੂ। ਹੋ ਮੁੱਠੜੀ ਧੰਦੇ ਤਾਵਣੀਆਂ, ਫਿਰ ਛੋਇੜੀ ਵਿਦਨ ਕਾਰੇ। ਗੁਰੂ ਸਾਹਿਬ ਫਰਮਾਉਂਦੇ, ਜਦੋਂ ਤੱਕ ਮੈਂ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਠੱਗੀ ਜਾ ਰਹੀ ਹਾਂ, ਉਦੋਂ ਤੱਕ ਮੈਂ ਨਖਸਮਿਆਂ ਵਾਲੀ ਕਾਰ ਦੇ ਕਾਰਨ ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ। ਵਾਹਿਗੁਰੂ। ਗੁਰੂ ਸਾਹਿਬ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਸਮਝਾਉਂਦੇ, ਕਹਿੰਦੇ ਜਦੋਂ ਤੱਕ ਮੈਂ ਮਾਇਆ ਦੇ ਆਹਾਰ ਵਿੱਚ, ਮਾਇਆ ਦੀ ਦੌੜ ਭੱਜ ਵਿੱਚ ਠੱਗੀ ਜਾ ਰਹੀ ਹਾਂ, ਉਦੋਂ ਤੱਕ ਨਖਸਮਿਆਂ ਦੀ ਕਾਰ ਦੇ ਕਾਰਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਛੱਡਿਆ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੁਰਤ ਜੋੜ ਕੇ
ਸੰਸਾਰ ਦੀ ਕਾਰ ਕਰਨੀ ਹੈ। ਘਰ ਘਰ ਕੰਤ ਮਹੇਲੀਆ, ਰੂੜੇ ਹੇਤ ਪਿਆਰੋ। ਖਸਮ ਪ੍ਰਭੂ ਤਾਂ ਹਰੇਕ ਜੀਵ ਇਸਤਰੀ ਦੇ ਹਿਰਦੇ ਵਿੱਚ ਵਸ ਰਿਹਾ ਹੈ। ਉਹ ਸੁੰਦਰ ਹਨ ਜੋ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀਆਂ ਹਨ। ਵਾਹਿਗੁਰੂ। ਅਸਲ ਇਸਤਰੀਆਂ ਉਹੀ ਹਨ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਮਗਨ ਰਹਿੰਦੀਆਂ ਹਨ। ਜੇ ਪਿਰ ਸੱਚ ਸਲਾਹੁਣਾ, ਹੌਰੇ ਅਸੜੀ ਨਾਮ ਪਤਾਰੇ। ਕਹਿੰਦੇ ਜਿੰਨਾ ਚਿਰ ਗੁਰੂ ਸਾਹਿਬ ਫਰਮਾਉਂਦੇ ਆ ਜੀਵ ਇਸਤਰੀ ਦੇ ਰੂਪ ਵਿੱਚ ਆਪਾਂ ਨੂੰ ਸਮਝਾਉਂਦੇ ਆ ਗੁਰੂ ਸਾਹਿਬ, ਕਹਿੰਦੇ ਇਹ ਸਾਰਾ ਕੁਛ ਵਿਅਰਥ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤ ਜੋੜਨੀ ਚਾਹੀਦੀ ਹੈ। ਕਹਿੰਦੇ ਜਿੰਨਾ ਚਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਆ ਉਹਨਾਂ ਚਿਰ ਮੇਰਾ ਮਨ ਤਨ ਖਿੜਿਆ ਰਹਿੰਦਾ ਹੈ। ਜਿੰਨਾ ਚਿਰ ਮੈਂ ਸਦਾ ਚਿਰ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਦੀ ਹਾਂ ਉਹਨਾਂ ਚਿਰ ਮੇਰਾ ਜਿਹੜਾ ਮਨ ਤੇ ਤਨ ਖਿੜਿਆ ਰਹਿੰਦਾ ਹੈ। ਗੁਰ ਮਿਲਿਆ ਵੇਸ ਪਲਟਿਆ, ਸਾ ਤਨ ਸੱਚ ਸਿੰਗਾਰੋ। ਆਵੋ ਮਿਲੋ ਸਹੇਲਿਓ, ਸਿਮਰੋ ਸਿਰਜਣਹਾਰੋ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਨਹਾਰੋ। ਗਾਵੋ ਗੀਤ ਨ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਗੁਰੂ ਮਿਲ ਪਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਪ੍ਰਭੂ ਦੇ ਸਿਮਰਨ ਨੂੰ ਹੀ ਮਨੁੱਖ ਆਪਣਾ ਸ਼ਿੰਗਾਰ ਬਣਾ ਲੈਂਦਾ ਹੈ। ਵਾਹਿਗੁਰੂ ਵਾਹਿਗੁਰੂ। ਜੇ ਗੁਰੂ ਮਿਲ ਪਵੇ ਤਾਂ ਜਿਹੜੀ ਜੀਵ ਇਸਤਰੀ ਹੈ ਉਹਦੀ ਕਾਇਆ ਹੀ ਪਲਟ ਜਾਂਦੀ ਹੈ। ਫਿਰ ਉਹਨੂੰ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਉਸ ਨੂੰ ਸ਼ਿੰਗਾਰ ਬਣਾ ਲੈਂਦੀ ਹੈ। ਫਿਰ ਉਹਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਚੰਗਾ ਲੱਗਦਾ ਹੈ। ਉਹ ਹੀ ਉਹਦੇ ਅੰਦਰ ਠੰਡ ਪਾਉਂਦਾ ਹੈ ਅਤੇ ਉਹਦੇ ਸਾਰੇ ਜੋ ਦੁੱਖ ਆ ਉਹ ਸੁੱਖਾਂ ਵਿੱਚ ਬਦਲ ਜਾਂਦੇ ਹੈ। ਆਵੋ ਮਿਲੋ ਸਹੇਲਿਓ, ਸਿਮਰੋ ਸਿਰਜਣਹਾਰੋ। ਫਿਰ ਗੁਰੂ ਸਾਹਿਬ ਫਰਮਾਉਂਦੇ ਆ, ਕਹਿੰਦੇ ਆਓ ਸਹੇਲਿਓ ਸਤ ਸੰਗਿਓ, ਆਓ ਰਲ ਕੇ ਬੈਠੀਏ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸ ਸਿਰਜਣਹਾਰ ਦਾ ਸਿਮਰਨ ਕਰੀਏ, ਉਹਦੀ ਸਿਫਤ ਸਲਾਹ ਕਰੀਏ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਨਹਾਰੋ। ਗੁਰੂ ਸਾਹਿਬ ਫਰਮਾਉਂਦੇ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਨਾਮ ਵਿੱਚ ਜੁੜਦੀ ਹੈ ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ। ਸਦਾ ਥਿਰ ਪ੍ਰਭੂ ਨੇ ਉਸ ਦੇ ਜੀਵਨ ਨੂੰ ਸੋਹਣਾ ਬਣਾ ਦਿੱਤਾ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਆਪਾਂ ਜੋ ਜੀਵ ਇਸਤਰੀ ਚਲੀ ਜਾਂਦੀ ਆਪਾਂ ਕਹਿ ਦਿੰਦੇ ਉਹਦਾ ਸੁਹਾਗ ਚਲਾ ਗਿਆ ਅਤੇ ਉਹਨੂੰ ਆਪਾਂ ਵਿਧਵਾ ਕਹਿ ਦਿੰਦੇ ਹਾਂ। ਅਤੇ ਪਰ ਗੁਰੂ ਸਾਹਿਬ ਕਹਿੰਦੇ ਸੁਹਾਗ ਭਾਗ ਵਾਲੀ ਉਹ ਇਸਤਰੀ ਹੈ। ਸਦਾ ਸੁਹਾਗਣ ਉਹ ਜੀਵ ਇਸਤਰੀ ਹੈ ਜਿਹੜੀ ਪਰਮਾਤਮਾ ਦੇ ਨਾਮ ਵਿੱਚ ਜੁੜਦੀ ਹੈ। ਅਕਾਲ ਪੁਰਖ ਵਾਹਿਗੁਰੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦਿੰਦੇ ਹੈ ਜਦੋਂ ਉਹ ਉਸ ਦੇ ਨਾਮ ਵਿੱਚ ਜੁੜਦੀ ਹੈ। ਗਾਵੋ ਗੀਤ ਨ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਹੇ ਨਾਨਕ, ਪ੍ਰਭੂ ਪਤੀ ਦੀ ਸਿਫਤ ਸਲਾਹ ਦੇ ਗੀਤ ਗਾਉਣ ਨਾਲ, ਉਹਨਾਂ ਦੇ ਗੁਣਾਂ ਦੀ ਵਿਚਾਰ ਕਰਨ ਨਾਲ ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੁੰਦਾ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਨੂੰ ਆਪਣਾ ਪਤੀ ਮੰਨਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਜੋ ਦੁਨਿਆਵੀ ਪਤੀ ਆ ਉਹਨਾਂ ਤੋਂ ਤਾਂ ਆਪਣਾ ਵਿਛੋੜਾ ਪੈ ਜਾਂਦਾ ਹੈ, ਕਿਉਂਕਿ ਜੋ ਜੀਵ ਹੈ ਉਹਨੇ ਇੱਕ ਦਿਨ ਇੱਥੋਂ ਚਲੇ ਜਾਣਾ ਹੈ, ਇਹ ਵਿਛੋੜਾ ਪੈ ਜਾਣਾ। ਪਰ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਮਿਲਾਪ ਹੋ ਜਾਵੇ ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੋਊਗਾ। ਫਿਰ ਆਪਣਾ ਇਹ ਜਨਮ ਮਰਨ ਕੱਟਿਆ ਜਾਊਗਾ, ਫਿਰ ਆਪਣਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੋ ਜਾਊਗਾ। ਇਸ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਗੇ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਹੋ ਜਾਊਗਾ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਸ ਸੰਸਾਰ ਵਿੱਚ ਰਹਿੰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਚਿੱਤ ਜੋੜਨਾ ਚਾਹੀਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ, ਵਾਹਿਗੁਰੂ ਸਾਨੂੰ ਹਿੰਮਤ ਬਖਸ਼ੋ। ਸੱਚੇ ਪਾਤਸ਼ਾਹ ਸਾਨੂੰ ਤੇਰੀ ਰਜ਼ਾ ਦੇ ਵਿੱਚ ਰਹਿਣਾ ਆ ਜਾਵੇ। ਵਾਹਿਗੁਰੂ
ਵਾਹਿਗੁਰੂ ਜੋ ਵੀ ਬਾਣੀ ਕਹਿੰਦੀ ਹੈ ਸੱਚੇ ਪਾਤਸ਼ਾਹ ਸਾਨੂੰ ਸੱਤ ਸੱਤ ਕਰਕੇ ਮੰਨਣੀ ਆ ਜਾਵੇ ਵਾਹਿਗੁਰੂ। ਅਸੀਂ ਤੇਰੇ ਭਾਣੇ ਵਿੱਚ ਰਹੀਏ ਵਾਹਿਗੁਰੂ। ਬਸ ਇੰਨੀ ਕੁ ਕਿਰਪਾ ਕਰ ਦਾਤਾ, ਤੇਰੀ ਰਜਾ 'ਚ ਰਹਿਣਾ ਸਿੱਖ ਜਾਈਏ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ ਲਓ ਵਾਹਿਗੁਰੂ, ਬਖਸ਼ ਲਓ ਪਾਪੀਆਂ ਨੂੰ, ਬਖਸ਼ ਲਓ ਸੱਚੇ ਪਾਤਸ਼ਾਹ। ਹਾਂਜੀ ਸੰਗਤ ਜੀ, ਅੱਜ ਗੁਰੂ ਸਾਹਿਬ ਨੇ ਇੰਨੀ ਸੇਵਾ ਬਖਸ਼ੀ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ। ਭੁੱਲਣਹਾਰ ਹਾਂ, ਖਿਨ ਖਿਨ ਭੁੱਲਦੇ ਹਾਂ। ਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ, ਬਖਸ਼ ਲੈਣਾ। ਹੇ ਅਕਾਲ ਪੁਰਖ ਵਾਹਿਗੁਰੂ, ਸਹੀ ਪਿਆਰੇ ਮੇਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾਵੇ, ਤੂੰ ਚੇਤੇ ਆਵੇਂ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ। ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।